ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਆਪਣੇ ਬੇਟੇ ਨੂੰ ਦਲੀਪ ਸਿੰਘ ਨੂੰ ਕਹਾਂਗਾ ਸ਼ੁਰੂ ਕਰੇ ਤੇ ਇਹ ਅੰਗਰੇਜ਼ੀ 'ਚ ਕਰੂਗਾ ਤੇ ਮੈਂ ਪੰਜਾਬੀ ਦੇ ਵਿੱਚ ਉਹਦੇ ਬਾਰੇ ਬੋਲਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਦਲੀਪ ਸਿੰਘ ਪੰਨੂ। ਮੈਂ ਐਵਰਗ੍ਰੀਨ ਵੈਲੀ ਹਾਈ ਸਕੂਲ ਦੇ ਵਿੱਚ ਸੀਨੀਅਰ ਹਾਂ। ਤਾਂ ਅੱਜ ਅਸੀਂ ਗੱਲ ਕਰਨਾ ਡਿਮੈਂਸ਼ੀਆ ਦਾ ਦੂਜੇ ਇੱਦਾਂ ਬਿਮਾਰੀਆਂ ਦੇ। ਸੋ ਤੁਸੀਂ ਇੰਟਰੋਡਿਊਸ ਕਰੋ। ਹਾਂਜੀ, ਮੇਰਾ ਨਾਮ ਹਰਪ੍ਰੀਤ ਸਿੰਘ ਪੰਨੂ ਹੈ ਤੇ ਮੈਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਗੁਰੂ ਨਾਨਕ ਫ੍ਰੀ ਮੈਡੀਕਲ ਕਲੀਨਿਕ ਹੈਗਾ ਪਿਛਲੇ 7-8 ਸਾਲ ਤੋਂ ਚਲਾ ਰਿਹਾ ਤੇ ਉਸ ਤੋਂ ਇਲਾਵਾ ਮੈਂ ਕਾਈਜ਼ਰ ਵਾਸਤੇ ਵੀ ਕੰਮ ਕਰਦਾ। My Nana Ji was diagnosed with Lewy body dementia, which is a particularly invasive and a very, very difficult form about 6 years ago. My family and I, we felt very, very lost as we attempted to navigate this new issue that we were presented with. There were a few issues that we noticed. There was a lack of content in Punjabi or intended for Punjabi and Sikh population, and there was also a very big lack of proper awareness and also understanding about dementia in our culture. ਸੋ ਦਲੀਪ ਤੇ ਨਾਨਾ ਜੀ ਉਹਨਾਂ ਨੂੰ ਜਿਹੜਾ ਉਹਨੂੰ ਇੱਕ ਕਹਿੰਦੇ ਆ ਇੱਕ ਜਿਹੜਾ ਡਿਮੈਂਸ਼ੀਆ ਦੀ ਟਾਈਪ ਹੈਗੀ ਉਹਨੂੰ ਆਪਾਂ ਕਹਿੰਦੇ ਆ ਲੂਈ ਬੋਡੀ ਡਿਮੈਂਸ਼ੀਆ। ਤੋਂ 6 ਸਾਲ ਪਹਿਲਾਂ ਉਹਨਾਂ ਨੂੰ ਉਹਦੇ ਨਾਲ ਡਾਇਗਨੋਸ ਕੀਤਾ ਗਿਆ ਸੀ ਅਤੇ ਉਹਦੇ ਵਿੱਚ ਜਿਹੜਾ ਹੈਗਾ ਕਿਉਂਕਿ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਡਿਮੈਂਸ਼ੀਆ ਬਾਰੇ ਆਪਾਂ ਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ। ਈਵਨ ਦੋ ਮੈਂ ਡਾਕਟਰ ਹੈਗਾ ਸਟਿਲ ਜਿਹੜਾ ਉਹਨੂੰ ਨੈਵੀਗੇਟ ਸਟਿਲ ਉਹਨਾਂ ਨੂੰ ਜਿਹੜਾ ਨੈਵੀਗੇਟ ਕਰਨ ਵਾਸਤੇ ਬਹੁਤ ਪ੍ਰੋਬਲਮ ਆਈ। ਕੀ ਰੀਸੋਰਸ ਹੈਗੇ ਆਪਣੀ ਕਮਿਊਨਿਟੀ ਵਿੱਚ, ਕੀ ਹੈਲਪ ਹੈਗੀ ਆ ਜਿਹੜੀ ਕਿ ਆਪਾਂ ਲੈ ਸਕਦੇ ਹਾਂ। ਅਤੇ ਉਹਦੇ 'ਚ ਵੱਡੀ ਪ੍ਰੋਬਲਮ ਆਉਂਦੀ ਜਦੋਂ ਆਪਾਂ ਕਿਸੇ ਵੀ ਨਾਲ ਗੱਲ ਕਰਦੇ ਵੀ ਆਹ ਡਿਮੈਂਸ਼ੀਆ ਹੈਗਾ ਕੀ ਹੈਗਾ, ਸਾਰਾ ਕੁਛ ਜਿਹੜਾ ਮਟੀਰੀਅਲ ਹੈਗਾ ਉਹ ਸਾਰਾ ਅੰਗਰੇਜ਼ੀ ਦੇ ਵਿੱਚ ਹੈਗਾ ਅਤੇ ਉਹ ਪੰਜਾਬੀ ਵਿੱਚ ਨਾ ਹੋਣ ਕਰਕੇ ਜਿਹੜਾ ਉਹ ਵੀ ਮੁਸ਼ਕਿਲ ਹੈਗੀ ਕਿਉਂਕਿ ਆਪਣੇ ਬਹੁਤ ਜ਼ਿਆਦਾ ਹੈਗੇ ਆ ਜਿਹੜੇ ਬਜ਼ੁਰਗ ਹੈਗੇ ਆ ਕਿਉਂਕਿ ਇਹ ਜ਼ਿਆਦਾਤਰ ਬਜ਼ੁਰਗਾਂ ਦੇ ਵਿੱਚ ਪਾਇਆ ਜਾਂਦਾ ਜਿਹੜੇ ਕਿ 60 ਸਾਲ ਤੋਂ ਉੱਪਰ ਹੁੰਦੇ ਆ। ਸੋ ਇਸ ਕਰਕੇ ਕਿਉਂਕਿ ਆਪਣੇ ਬਹੁਤ ਜ਼ਿਆਦਾ ਜਿਹੜੇ ਆਪਣੇ ਪੰਜਾਬੀ ਹੈਗੇ ਉਹ ਪੰਜਾਬੀ ਜਿਹੜਾ ਸਿਰਫ ਪੰਜਾਬੀ ਬੋਲਦੇ ਅੰਗਰੇਜ਼ੀ ਨਹੀਂ ਬੋਲ ਸਕਦੇ, ਇਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਜਦੋਂ ਡਿਮੈਂਸ਼ੀਆ ਦਾ ਡਾਇਗਨੋਸ ਹੁੰਦਾ ਜਾਂ ਉਸ ਤੋਂ ਬਾਅਦ। ਸੋ ਇਸ ਕਰਕੇ ਜਿਹੜਾ ਅਸੀਂ ਇਹ ਦਲੀਪ ਨੇ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਸ਼ੁਰੂ ਕਰਾਂਗੇ ਤਾਂ ਕਿ ਅਸੀਂ ਜਿਹੜੀ ਅਵੇਅਰਨੈਸ ਆਪਾਂ ਕ੍ਰੀਏਟ ਕਰ ਸਕੀਏ ਤਾਂ ਕਿ ਆਪਾਂ ਆਪਣੀ ਕਾਊਂਟੀ ਤੋਂ ਆਪਾਂ ਹੋਰ ਜਿਹੜਾ ਪੰਜਾਬੀ ਦੇ ਵਿੱਚ ਵੀ ਮਟੀਰੀਅਲ ਜਿਹੜਾ ਆਪਾਂ ਕਰ ਸਕੀਏ ਅਤੇ ਜਿਹੜੀ ਹੋਰ ਇਨਫੋਰਮੇਸ਼ਨ ਜਿਹਦੇ ਨਾਲ ਆਪਾਂ ਮਦਦ ਕਰ ਸਕਦੇ ਹਾਂ। So, ਪਹਿਲੇ question, what are dementias? So, a dementia is a type of disease in which the cells of the brain or the nervous system stop working or die. They are all associated with a variety of memory loss. So, these disorders usually get worse over time and they have no cure, but there are treatments and therapies that do exist to help. They can be genetic, caused by a stroke, or there's also a variety of other causes. And examples of these are Alzheimer's, Lewy body dementia, as well as Parkinson's disease. And this seminar is primarily going to be focused on just those three. ਅਤੇ ਸੋ ਡਿਮੈਂਸ਼ੀਆ ਬਾਰੇ ਆਪਾਂ ਕੋਈ ਪੰਜਾਬੀ ਦੇ ਵਿੱਚ ਇਹਦੇ ਵਾਸਤੇ ਕੋਈ ਲਫ਼ਜ਼ ਨਹੀਂ ਹੈਗਾ ਅਜੇ ਤੱਕ। ਜਦੋਂ ਆਪਾਂ ਡਿਮੈਂਸ਼ੀਆ ਕਹਿੰਦੇ ਹਾਂ ਜਾਂ ਕਹਿੰਦੇ ਹਾਂ ਵੀ ਉਹਦੀ ਯਾਦਾਸ਼ਤ ਚਲ ਗਈ ਹੈ ਜਾਂ ਆਪਾਂ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿ ਦਿੰਦੇ ਹਾਂ ਵਿਸ਼ਦਾਈ ਹੋ ਗਿਆ, ਪਾਗਲ ਹੋ ਗਿਆ, ਜਿਹਦੇ 'ਚ ਉਹਨੂੰ ਕੋਈ ਚੇਤਾ ਨਹੀਂ ਰਹਿੰਦਾ ਕਿਸੇ ਚੀਜ਼ ਦਾ। ਸੋ ਇਸ ਕਰਕੇ ਜਿਹੜਾ ਇਹ ਆਪਣੇ ਬਹੁਤ ਹੀ ਜਿਹੜੀ ਇੱਕ ਹਿਸਾਬ ਨਾਲ ਨਵੀਂ ਚੀਜ਼ ਹੈਗੀ ਹੈ ਜਦੋਂ ਆਪਾਂ ਡਿਮੈਂਸ਼ੀਆ ਕਹਿੰਦੇ ਹਾਂ ਆਪਾਂ ਨੂੰ ਕੋਈ ਪੰਜਾਬੀ 'ਚ ਉਹਦਾ ਕੋਈ ਲਫ਼ਜ਼ ਨਹੀਂ ਹੈਗਾ ਜਿਹਨੂੰ ਆਪਾਂ ਕਹਿ ਸਕੀਏ ਵੀ ਇਹਨੂੰ ਡਿਮੈਂਸ਼ੀਆ ਹੋ ਗਿਆ। ਸੋ ਆਪਾਂ ਅੰਗਰੇਜ਼ੀ ਦਾ ਵਰਡ ਡਿਮੈਂਸ਼ੀਆ ਕਹਿ ਦਿੰਦੇ ਹਾਂ ਅਤੇ ਜਾਂ ਜੇ ਆਪਾਂ ਯੂਜ਼ ਕਰਦੇ ਹਾਂ ਆਪਾਂ ਕਹਿੰਦੇ ਹਾਂ ਵੀ ਜਿਹੜਾ ਯਾਦਾਸ਼ਤ ਚਲੀ ਗਈ ਆ। ਅਤੇ ਇਹ ਹੁੰਦਾ ਕਿਉਂ ਹੈਗਾ? ਸੋ ਜਿਹੜਾ ਸਭ ਤੋਂ ਵੱਡਾ ਸਵਾਲ ਹੈਗਾ ਵੀ ਸੋ ਇਹ ਕਈ ਤਰ੍ਹਾਂ ਦੇ ਹੈਗੇ ਆ। ਡਿਮੈਂਸ਼ੀਆ ਵੀ ਇੱਕ ਤਰ੍ਹਾਂ ਦਾ ਨਹੀਂ ਹੈਗਾ। ਆਪਾਂ ਇੱਕੋ ਸਮਝਦੇ ਲੱਗਦਾ ਜਦੋਂ ਆਪਾਂ ਕਹਿ ਦਿੰਦੇ ਵੀ ਇਹਦੀ ਯਾਦਾਸ਼ਤ ਚਲ ਗਈ ਹੈ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਸਿਰਫ ਇੱਕੋ ਚੀਜ਼ ਹੈਗੀ ਆ, ਇਹ ਕਈ ਚੀਜ਼ਾਂ ਤੋਂ ਹੋ ਸਕਦਾ। ਅਤੇ ਇਸ ਕਰਕੇ ਜਿਹੜਾ ਕਾਹਦੇ ਕਰਕੇ ਹੁੰਦਾ ਆ ਇਹਦੇ ਵਿੱਚ ਜਿਹੜੇ ਦਿਮਾਗ ਦੇ ਅੰਦਰ ਜਿਹੜੇ ਨਿਊਰੋਨਸ ਜਿਹੜੇ ਕਹਿੰਦੇ ਜਾਂ ਜਿਹੜੇ ਸੈੱਲ ਹੁੰਦੇ ਆ ਜਾਂ ਜਿਹੜੇ ਕਣ ਹੁੰਦੇ ਆ ਉਹਨਾਂ ਦੇ ਵਿੱਚ ਡੈਮੇਜ ਹੋ ਜਾਂਦਾ। ਸੋ ਇਹ ਜਿਹੜਾ ਡੈਮੇਜ ਆ ਜਾਂ ਜਿਹੜਾ ਨੁਕਸਾਨ ਹੁੰਦਾ ਆਪਣੀ ਦਿਮਾਗ ਨੂੰ ਜਾਂ ਬ੍ਰੇਨ ਨੂੰ ਉਹ ਕਈ ਕਾਰਨਾਂ ਕਰਕੇ ਹੋ ਸਕਦਾ, ਜਿਹਦੇ ਵਿੱਚ ਅਲਜ਼ਾਈਮਰ ਹੈਗਾ, ਜਿਹਦੇ ਵਿੱਚ ਕੋਈ ਚੀਜ਼ਾਂ ਪ੍ਰੋਟੀਨ ਹੈ ਉਹ ਜਮ੍ਹਾਂ ਹੋ ਜਾਂਦੇ ਆਪਣੀ ਦਿਮਾਗ ਦੇ ਵਿੱਚ ਫਿਰ ਆਪਣੀ ਯਾਦਾਸ਼ਤ ਚਲੇ ਜਾਂਦੀ ਹੈ। ਬਾਕੀ ਦੇ ਵਿੱਚ ਕਈਆਂ ਨੂੰ ਜਿਵੇਂ ਸਟ੍ਰੋਕ ਜਾਂ ਅਧਰੰਗ ਦਾ ਅਟੈਕ ਹੋ ਜਾਂਦਾ ਦੁਬਾਰਾ ਹੁੰਦਾ, ਉਹਦੇ ਕਰਕੇ ਵੀ ਹੋ ਸਕਦਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਬਿਮਾਰੀ ਹੈ ਜਿਹਦਾ ਨਾਮ ਪਾਰਕਿੰਸਨ, ਉਹਦੇ ਕਰਕੇ ਵੀ ਹੋ ਸਕਦਾ ਹੈਗਾ। So let's get started. Let's start with an introduction to the main types of dementias. So worldwide, 55 million people are diagnosed with some form of dementia. Only 20 to 50% of cases are diagnosed in rich countries like the United States,
But in India specifically, there's only 10% of cases that are diagnosed, which means 90% of cases go completely undiagnosed or unreported. ਸੋ ਜੇ ਆਪਾਂ ਨੰਬਰ ਵੇਖੀਏ ਤੇ ਜਿਹੜਾ ਪੂਰੇ ਦੁਨੀਆ ਦੇ ਵਿੱਚ 550 ਲੱਖ ਜਾਂ 55 ਮਿਲੀਅਨ 55 ਮਿਲੀਅਨ ਜਿਹੜੇ ਆ ਉਹ ਕੇਸ ਅਜੇ ਤੱਕ ਡਾਇਗਨੋਸ ਹੋਏ ਡਿਮੈਂਸ਼ੀਆ ਦੇ ਤੇ ਜਿਹੜੇ ਉਹਨਾਂ ਜੇ ਉਹਦੀ ਇਨ ਡੈਪਥ ਜਾਂ ਉਹਨੂੰ ਡੂੰਘਾਈ ਨਾ ਵੇਖਿਆ ਤੇ ਉਹ ਕਹਿੰਦੇ ਆ ਕਿ ਇਹ ਸਿਰਫ 20 ਤੋਂ 50% ਹੈਗਾ ਐਂਡ ਉਹ ਵੀ ਜਿਹੜੇ ਡਿਵੈਲਪ ਕੰਟਰੀ ਜਿਵੇਂ USA ਕੈਨੇਡਾ ਆਸਟ੍ਰੇਲੀਆ ਉਹਨਾਂ ਦੇ ਵਿੱਚ ਆ ਪਰ ਇੰਡੀਆ ਵਿੱਚ ਇਹਦੀ ਹਾਲਾਤ ਉਹ ਤੋਂ ਵੀ ਹੈ ਉਹਦੇ 'ਚ ਸਿਰਫ ਜਿਹੜਾ ਕਿਹਾ ਜਾਂਦਾ ਕਿ ਸਿਰਫ 10% ਹੀ ਮਰੀਜ਼ ਹੈਗੇ ਆ ਜਿਹੜੇ ਆਪਾਂ ਡਾਇਗਨੋਸ ਕਰਦੇ 90% ਜਿਹੜੇ ਉਹ ਅਨਡਾਇਗਨੋਸਡ ਅਜੇ ਵੀ ਚੱਲ ਰਹੇ ਹੈਗੇ ਆ So, as we said earlier, there are three main types of dementias. First is Alzheimer's or vascular dementia. They tend to affect more of your learning and memory than other types of dementia, which might impact your planning as well as your language capabilities. In India, 90% of cases of this are undiagnosed. And then there's Lewy body, which impacts auditory and visual centers. It creates a lot of hallucinations and can go undiagnosed for years because symptoms can present very early. And then there's Parkinson's, which affects movement. In that Parkinson's, there's tremors, which are very common. It's uncontrollable movements of the hands or feet. But the disorder can also cause very slow movements as well as instability. And India is home to 580,000 people that are living with Parkinson's disease in 2016. This number is probably a lot smaller than the reality because of the amount of people that go undiagnosed. So this number is expected to increase a lot in the coming years. ਸੋ ਹੁਣ ਆਪਾਂ ਥੋੜ੍ਹੀ ਗੱਲ ਕਰਾਂਗੇ ਵੀ ਕਿਹੜੀ ਤਰ੍ਹਾਂ ਦੇ ਡਿਮੈਂਸ਼ੀਆ ਹੁੰਦੇ ਆ ਸੋ ਜਿਹੜਾ ਸਭ ਤੋਂ ਜਿਹੜਾ ਕਾਮਨ ਹੈ ਜਿਹੜਾ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਉਹਨੂੰ ਕਹਿੰਦੇ ਅਲਜ਼ਾਈਮਰ ਡਿਮੈਂਸ਼ੀਆ ਸੋ ਜਿਹੜਾ ਕਿ ਆਲਮੋਸਟ 60% ਜਿਹੜੇ ਕੇਸ ਹੁੰਦੇ ਆ ਉਹ ਅਲਜ਼ਾਈਮਰ ਦੇ ਹੁੰਦੇ ਆ ਉਸ ਤੋਂ ਇਲਾਵਾ ਇੱਕ ਹੋਰ ਹੈਗਾ ਵੈਸਕੂਲਰ ਡਿਮੈਂਸ਼ੀਆ ਜਿਹਦੇ ਵਿੱਚ ਅਧਰੰਗ ਦੇ ਅਟੈਕ ਹੁੰਦੇ ਆ ਦੁਬਾਰਾ ਉਹਦੇ ਕਰਕੇ ਵੀ ਯਾਦਾਸ਼ਤ ਜਿਹੜੀ ਹੌਲੀ ਚਲੇ ਜਾਂਦੀ ਆ ਸੋ ਹੁਣ ਜਿਹੜਾ ਹੈਗਾ ਆਪਾਂ ਵੇਖਣਾ ਵੀ ਕਿੱਦਾਂ ਆਪਾਂ ਦੱਸ ਸਕਦੇ ਹਾਂ ਕਿ ਇਹ ਜਿਹੜਾ ਕਿਹੜਾ ਡਿਮੈਂਸ਼ੀਆ ਹੈਗਾ ਸੋ ਜਿਹੜਾ ਅਲਜ਼ਾਈਮਰ ਹੈਗਾ ਜਾਂ ਵੈਸਕੂਲਰ ਡਿਮੈਂਸ਼ੀਆ ਹੈਗਾ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਜਾਂਦੀ ਉਹ ਆਪਣੀ ਯਾਦਾਸ਼ਤ ਹੁੰਦੀ ਜਿਹੜੀ ਆਪਾਂ ਜਿਹਨੂੰ ਕਹਿੰਦੇ ਨਾ ਸ਼ਾਰਟ ਟਰਮ ਮੈਮਰੀ ਵੀ ਕੱਲ੍ਹ ਕੀ ਹੋਇਆ ਪਰਸੋਂ ਕੀ ਹੋਇਆ ਮਰੀਜ਼ ਨੂੰ ਉਹ ਭੁੱਲ ਜਾਂਦਾ ਪਰ ਜਿਹੜੀ 10 ਸਾਲ ਪਹਿਲਾਂ ਚੀਜ਼ ਹੋਈ ਉਹਨੂੰ ਅਜੇ ਵੀ ਯਾਦ ਰਹਿੰਦੀ ਆ ਵੀ ਕੀ ਹੋਇਆ ਸੀ ਸੋ ਇਹਨੂੰ ਕਹਿੰਦੇ ਅਲਜ਼ਾਈਮਰ ਜਾਂ ਵੈਸਕੂਲਰ ਡਿਮੈਂਸ਼ੀਆ ਦੇ ਵਿੱਚ ਹੁੰਦਾ ਅਤੇ ਦੂਸਰਾ ਜਿਹੜਾ ਡਿਮੈਂਸ਼ੀਆ ਹੁੰਦਾ ਉਹਨੂੰ ਕਹਿੰਦੇ ਆ ਲੂਈ ਬੋਡੀ ਡਿਮੈਂਸ਼ੀਆ ਜਿਹੜੇ ਦਲੀਪ ਦੇ ਨਾਨਾ ਜੀ ਨੂੰ ਹੈਗਾ ਉਹਨੂੰ ਕਹਿੰਦੇ ਆ ਲੂਈ ਬੋਡੀ ਡਿਮੈਂਸ਼ੀਆ ਇਹ ਥੋੜ੍ਹਾ ਜਿਹਾ ਜਿਹੜਾ ਅਲਜ਼ਾਈਮਰ ਜਿਹੜਾ ਉਹ ਤੋਂ ਇਹਦਾ ਫਰਕ ਹੈਗਾ ਕਿ ਇਹਦੇ ਵਿੱਚ ਤੁਹਾਨੂੰ ਜਿਹੜਾ ਮੈਮਰੀ ਆ ਜਿਹੜੀ ਯਾਦਾਸ਼ਤ ਉਹ ਐਂਡ ਸਟੇਜ ਦੇ ਵਿੱਚ ਜਿਹੜੀ ਜਾਂਦੀ ਆ ਅਤੇ ਜਿਹੜੀਆਂ ਚੀਜ਼ਾਂ ਪਹਿਲੋਂ ਹੁੰਦੀਆਂ ਉਹਨਾਂ ਵਿੱਚ ਹੁੰਦਾ ਕਿ ਜਿਹੜਾ ਮਰੀਜ਼ ਹੁੰਦਾ ਉਹਨੂੰ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਬੰਦੇ ਜਿਹੜੇ ਉਹਨੂੰ ਲੱਗਦਾ ਵੀ ਬੰਦਾ ਉੱਥੇ ਬੈਠਾ ਪਰ ਰਿਐਲਿਟੀ ਵਿੱਚ ਜਿਹੜਾ ਅਸਲ ਵਿੱਚ ਉੱਥੇ ਬੰਦਾ ਕੋਈ ਬੈਠਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਵਾਜ਼ਾਂ ਸੁਣਦੀਆਂ ਜਿਹੜੀਆਂ ਕੋਈ ਗੱਲ ਨਹੀਂ ਕਰ ਰਿਹਾ ਹੁੰਦਾ ਟੂਟੀ ਚੱਲ ਰਹੀ ਆ ਜਾਂ ਕੋਈ ਗੱਲਾਂ ਕਰ ਰਿਹਾ ਪਰ ਉੱਥੇ ਕੋਈ ਵੀ ਜਾਣਾ ਗੱਲਾਂ ਨਹੀਂ ਕਰ ਰਿਹਾ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਅਤੇ ਜਿਹੜੀ ਯਾਦਾਸ਼ਤ ਹੈਗੀ ਆ ਉਹ ਉਹਦੇ ਤੋਂ ਬਾਅਦ 'ਚ ਜਾਂਦੀ ਆ ਅਤੇ ਤੀਸਰਾ ਜਿਹੜਾ ਪਾਰਕਿੰਸਨ ਜਿਹੜਾ ਉਹਦੇ ਕਰਕੇ ਜਿਹੜਾ ਡਿਮੈਂਸ਼ੀਆ ਹੁੰਦਾ ਉਹਦੇ ਵਿੱਚ ਮਰੀਜ਼ਾਂ ਨੂੰ ਜਿਹੜਾ ਹੁੰਦੀਆਂ ਹੋਰ ਚੀਜ਼ਾਂ ਪਹਿਲਾਂ ਹੁੰਦੀਆਂ ਜਿਹਦੇ 'ਚ ਇੱਕ ਆਪਾਂ ਉਹਨੂੰ ਕਹਿੰਦੇ ਪਿਲ ਰੋਲਿੰਗ ਟਰੈਮਰ ਜਿਹਦੇ ਵਿੱਚ ਮਰੀਜ਼ ਜਿਹੜਾ ਉਹ ਇੰਜ ਕਰੀ ਜਾਂਦਾ ਸਾਰਾ ਦਿਨ ਜਿਹੜਾ ਕਿ ਆਪਣੇ ਜਿਹੜਾ ਅੰਗੂਠਾ ਅਤੇ ਪਹਿਲੀ ਉਂਗਲ ਉਹਨੂੰ ਇੰਜ ਕਰਕੇ ਇਹਨੂੰ ਕਹਿੰਦੇ ਪਿਲ ਰੋਲਿੰਗ ਟਰੈਮਰ ਉਹਦਾ ਜਿਹੜਾ ਬਾਡੀ ਹੈਗੀ ਆ ਬਿਲਕੁਲ ਜਿਵੇਂ ਸਖਤ ਹੋ ਜਾਂਦੀ ਆ ਜੇ ਹਿਲਜੁਲ ਜਿਹੜੀ ਉਹ ਘੱਟ ਜਾਂਦੀ ਆ ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆ ਉਹਦੇ 'ਚ ਉਹ ਇਨਸਟੇਬਿਲਿਟੀ ਹੋ ਜਾਂਦੀ ਆ ਜਿਵੇਂ ਬੈਲੈਂਸ ਜਿਹੜੇ ਆਪਾਂ ਨੋਰਮਲੀ ਆਪਾਂ ਬੈਲੈਂਸ ਆਪਾਂ ਜੇ ਡਿੱਗਣ ਲੱਗੀ ਤਾਂ ਆਪਾਂ ਆਪਣੇ ਆਪ ਨੂੰ ਰੋਕ ਲੈਂਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਬੰਦਾ ਪਿੱਛੇ ਨੂੰ ਹੁੰਦਾ ਤਾਂ ਪਿੱਛੇ ਦੇ ਪਿੱਛੇ ਡਿੱਗ ਜਾਂਦਾ ਉਹਦੇ ਕੋਲ ਕੰਟਰੋਲ ਨਹੀਂ ਰਹਿੰਦਾ ਸੋ ਉਹ ਪਾਰਕਿੰਸਨ ਡਿਮੈਂਸ਼ੀਆ ਹੈਗਾ So there are a few main issues of dementia within the Punjabi population and specifically why it's so difficult. In Punjab, for example, there were 42,000 patients that were diagnosed in just 1 year in 2009. And the problem is that language barriers present really big issues with understanding anything about the disease. Secondly, it also goes massively underreported because it's seen as part of the normal aging process. It's just a part of getting old. And also, as a culture, we don't put a lot of importance on it. As my dad said earlier, we don't really have a proper word for dementia. We say pagal, or we say shudai, or we say a variety of other words that aren't really specific for dementia or aren't specific for memory loss, which shows that we as a culture, like even in our language, we don't put a lot of importance or put a lot of weight towards dementia and its similar diseases. ਸੋ ਹੁਣ ਜਿਹੜਾ ਮੇਨ ਆਪਾਂ ਜਿਹੜਾ ਮੁੱਦਾ ਹੈਗਾ ਅੱਜ ਕੱਲ੍ਹ ਉਹ ਹੈਗਾ ਵੀ ਪੰਜਾਬੀ ਜਿਹੜੀ ਕਮਿਊਨਿਟੀ ਜਾਂ ਪੰਜਾਬੀ ਪਾਪੂਲੇਸ਼ਨ ਦੇ ਵਿੱਚ ਹੈਗਾ ਡਿਮੈਂਸ਼ੀਆ ਕਿੰਨਾ ਪ੍ਰੈਵਲੈਂਟ ਹੈਗਾ ਪਹਿਲੀ ਗੱਲ ਤਾਂ USA ਕੈਨੇਡਾ ਈਵਨ ਆਸਟ੍ਰੇਲੀਆ ਵਿੱਚ ਕੋਈ ਡੇਟਾ ਨਹੀਂ ਹੈਗਾ ਆਪਣੀ ਪੰਜਾਬੀ ਪਾਪੂਲੇਸ਼ਨ ਵਾਸਤੇ
ਵੀ ਟੋਟਲ ਪਾਪੂਲੇਸ਼ਨ ਦਾ ਕਿੰਨਾ ਹਿੱਸਾ ਜਿਨ੍ਹਾਂ ਨੂੰ ਡਿਮੈਂਸ਼ੀਆ ਹੈਗਾ। ਈਵਨ ਆਪਾਂ ਵੇਖਿਆ ਜਾਵੇ ਇੰਡੀਆ ਅਤੇ ਈਵਨ ਪੰਜਾਬ ਦੇ ਵਿੱਚ ਵੀ ਕੋਈ ਗੁੱਡ ਡੇਟਾ ਨਹੀਂ ਹੈਗਾ। ਜਿਹੜਾ ਪਿਛਲੀ ਜਿਹੜੀ ਸਟੱਡੀ ਕੀਤੀ ਹੈ 2009 ਦੀ ਹੈਗੀ ਆ ਲਾਸਟ, ਉਹਦੇ ਵਿੱਚ ਉਹਨਾਂ ਕਿਹਾ ਹੈ ਵੀ ਹਰ ਸਾਲ ਤਕਰੀਬਨ 42,000 ਮਰੀਜ਼ ਹੈ ਜਿਹੜੇ ਨਵੇਂ ਜਿਨ੍ਹਾਂ ਨੂੰ ਡਿਮੈਂਸ਼ੀਆ ਹੁੰਦਾ, ਸਾਰੀ ਤਰ੍ਹਾਂ ਦਾ ਮਿਲਾ ਕੇ। ਈਵਨ ਦੋ ਜਿਹੜੀ ਪੰਜਾਬ ਦੀ ਆਬਾਦੀ ਹੈ ਬਹੁਤ ਜ਼ਿਆਦਾ ਹੈਗੀ ਆ। ਇਹਦਾ ਇਹ ਮਤਲਬ ਹੈਗਾ ਕਿ ਜਿਹੜੀ ਇਹ ਬਿਮਾਰੀ ਹੈਗੀ ਆ ਜਾਂ ਤਾਂ ਅਨਰਿਪੋਰਟਡ ਹੈਗੀ ਆ ਅਤੇ ਜਾਂ ਅਨਡਾਇਗਨੋਸਡ ਹੈਗੀ, ਜਾਂ ਤਾਂ ਉਹ ਰਿਪੋਰਟ ਨਹੀਂ ਹੁੰਦੀ ਅਤੇ ਜਾਂ ਜਿਹੜੀ ਹੈਗੀ ਆ ਉਹ ਜਿਹੜੇ ਡਾਕਟਰ ਜਿਹੜੇ ਉੱਥੇ ਹੈਗੇ ਉਹ ਟ੍ਰੇਨਡ ਨਹੀਂ ਇਨਫ ਕਿ ਇਹਨੂੰ ਜਿਹੜਾ ਡਾਇਗਨੋਸ ਕਰ ਸਕਣ ਜਾਂ ਇਹਨੂੰ ਲੱਭ ਸਕਣ ਵੀ ਕਿ ਕੀ ਹੈਗਾ। ਅਤੇ ਜਿਹੜਾ ਦੂਜੀ ਗੱਲ ਹੈਗੀ ਆ, ਜਿਵੇਂ ਆਪਾਂ USA ਹੋਏ, ਕੈਨੇਡਾ ਹੋਇਆ, ਆਸਟ੍ਰੇਲੀਆ ਹੋਇਆ, ਦੂਜੀ ਜਿਹੜੀ ਲੈਂਗੁਏਜ ਬੈਰੀਅਰ ਆ ਜਾਂ ਜਿਹੜੀ ਆਪਾਂ ਕਹਿੰਦੇ ਜ਼ਬਾਨ ਜਿਹੜੀ ਹੈਗੀ, ਕਿਉਂਕਿ ਜ਼ਿਆਦਾਤਰ ਪੰਜਾਬੀ ਬੋਲਦੇ ਆ, ਜਿਹੜੀ ਉਮਰ ਦੇ ਵਿੱਚ ਇਹ ਹੋ ਰਿਹਾ 60 ਸਾਲ ਤੋਂ ਉੱਪਰ ਵਾਲੀ ਉਮਰ ਜਿਹੜੀ ਆ, ਅਤੇ ਉਹਦੇ ਕਰਕੇ ਵੀ ਮੁਸ਼ਕਿਲ ਕਾਫੀ ਆਉਂਦੀ ਆ, ਕਿਉਂਕਿ ਜਿਹੜਾ ਲੈਂਗੁਏਜ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਜੇ ਆਪਾਂ ਦੱਸ ਨਹੀਂ ਸਕਦੇ ਉਸ ਵਿੱਚ ਉਸ ਜ਼ਬਾਨ ਦੇ ਵਿੱਚ ਮਟੀਰੀਅਲ ਨਹੀਂ ਹੈਗੇ ਜਿਹੜੇ ਆਪਾਂ ਨੂੰ, ਜਿਹੜੇ ਇਕੱਲਾ ਮਰੀਜ਼ ਨਹੀਂ ਹੈਗਾ, ਜਿਹੜੇ ਉਹਦੀ ਫੈਮਿਲੀ ਮੈਂਬਰ ਆ ਉਹਨਾਂ ਨੂੰ ਵੀ ਨੌਲੇਜ ਚਾਹੀਦੀ ਆ, ਅਤੇ ਉਹ ਵੀ ਜਿਹੜੀ ਬਹੁਤ ਵੱਡੀ ਸਮੱਸਿਆ ਹੈਗੀ, ਜਿਹਦੇ ਕਰਕੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ। ਉਸ ਸਮੇਂ ਦੇ ਅਗਰ ਡਿਪਰੈਸ਼ਨ ਚਲਾ ਗਿਆ ਜਾਂ ਹੋਰ ਕੋਈ ਹੋ ਗਿਆ, ਜਦ ਕਿ ਉਹ ਡਿਮੈਂਸ਼ੀਆ ਕਰਕੇ ਹੁੰਦਾ। ਸੋ ਇਸ ਕਰਕੇ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈਗਾ ਕਿ ਆਪਣੀ ਕਮਿਊਨਿਟੀ ਵਿੱਚ ਜਿਹੜਾ ਆਪਾਂ ਹੋਰ ਰਿਸੋਰਸਿਸ ਗੌਰਮੈਂਟ ਤੋਂ ਲੈ ਸਕੀਏ ਤਾਂ ਕਿ ਆਪਾਂ ਨੂੰ ਉਹਨਾਂ ਨੂੰ ਡਾਇਗਨੋਸ ਕਰ ਸਕੀਏ, ਅਤੇ ਇਕੱਲਾ ਡਾਇਗਨੋਸ ਨਹੀਂ, ਉਹਨਾਂ ਦਾ ਇਲਾਜ ਵੀ ਆਪਾਂ ਪ੍ਰੋਪਰ ਕਰ ਸਕੀਏ ਤਾਂ ਕਿ ਉਹ ਆਪਣਾ ਜਿਹੜਾ ਬੁਢਾਪਾ ਹੈਗਾ ਚੰਗੀ ਤਰ੍ਹਾਂ ਜੀ ਸਕਣ। So I want to talk a little more about the prevalence in the Punjabi community. So as we said earlier, 42,000 people were diagnosed in Punjab per year about 10 years ago, and that's the most recent data that exists. But the normal per capita is 1 in 3 seniors being diagnosed with and then dying of Alzheimer's or another dementia. But Punjab has an elder population of 2.7 million, which means that hundreds of thousands are going undiagnosed or unreported, which means that they're not getting the proper treatment that they need and not getting the proper care that they need as well in order to help the progression of this disease. So the real question is, why is there that massive gap that's not being dealt with right now? ਸੋ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਜਿਹੜਾ ਪੰਜਾਬ ਦੇ ਵਿੱਚ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਸਿਰਫ 42,000 ਜਿਹੜੇ ਉਹ ਨਵੇਂ ਮਰੀਜ਼ ਜਿਹੜੇ ਡਾਇਗਨੋਸ ਹੁੰਦੇ ਆ। ਅਤੇ ਜੇ ਆਪਾਂ ਵੇਖਿਆ ਜਾਵੇ ਡਾਇਗਨੋਸ ਜਿਹੜਾ ਡੇਟਾ ਜਿਹੜਾ ਅਮਰੀਕਾ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਆਲਮੋਸਟ 65 ਸਾਲ ਤੋਂ ਉੱਪਰ ਹਰ 3 ਬਜ਼ੁਰਗਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਬਜ਼ੁਰਗ ਨੂੰ ਡਿਮੈਂਸ਼ੀਆ ਹੈਗਾ। ਸੋ 33%। ਅਤੇ ਜੇ ਆਪਾਂ ਪੂਰੀ ਪੰਜਾਬ ਦੀ ਆਬਾਦੀ ਨੂੰ ਵੇਖਿਆ ਜਾਵੇ ਅਤੇ ਉਹ ਜਾਂ ਈਵਨ ਜਿਹੜੀ ਕਮਿਊਨਿਟੀ ਇੱਥੇ ਆਪਣੀ ਪੰਜਾਬੀ ਹੈਗੀ ਉਹਦੇ 'ਚੋਂ ਵੇਖਿਆ ਜਾਵੇ ਤਾਂ ਹਰ 3 ਮਰੀਜ਼ਾਂ ਦੇ ਵਿੱਚੋਂ ਇੱਕ ਮਰੀਜ਼ ਨੂੰ ਜਿਹੜਾ ਉਹ ਡਾਇਗਨੋਸ ਹੋਣਾ ਚਾਹੀਦਾ। ਸੋ ਇਸ ਕਰਕੇ ਜਿਹੜੀ ਪ੍ਰੋਬਲਮ ਇਕੱਲੀ ਅਮਰੀਕਾ, ਕੈਨੇਡਾ 'ਚ, ਪੰਜਾਬ 'ਚ ਇਸ ਤੋਂ ਵੀ ਕਾਫੀ ਜ਼ਿਆਦਾ ਹੈਗੀ ਆ। ਸੋ ਇਸ ਕਰਕੇ ਲੋੜ ਹੈਗੀ ਆ ਕਿ ਆਪਣੇ ਡਾਕਟਰ ਟ੍ਰੇਨ ਕੀਤੇ ਜਾਣ, ਬਾਕੀ ਰਿਸੋਰਸ ਜਿਹੜੇ ਹੈਗੇ ਉਹ ਲਾਏ ਜਾਣ ਤਾਂ ਕਿ ਆਪਾਂ ਜਿਹੜੀ ਅਖੀਰਲਾ ਹਿੱਸਾ ਹੈਗਾ ਜ਼ਿੰਦਗੀ ਦਾ ਜਿਹੜਾ ਹੈਗਾ ਉਹ ਵਧੀਆ ਤਰ੍ਹਾਂ ਆਪਾਂ ਉਹ ਬਤੀਤ ਕਰ ਸਕਣ। So there were a few studies that were done that identified a few main issues as to why we as a culture and we as a population don't necessarily understand dementia. So there was a study done in 2014 in Britain that was done amongst British sects that found that a majority stated that a cultural as well as language barrier were the biggest barriers to accessing support. So there were no resources in Punjabi, or there were no resources that were intended to connect with Punjabi people or Sikh people that made it easy to understand what they were going through. And this doctor, Gobinderjeet Kaur Uppal, she did a study in 2013, and she found that not only were there cultural and language barriers, but many of us also, many patients or relatives just took it as hukum, and they, as a result, chose not to educate themselves about it and chose not to educate their family members about it because they just took it as what was going to happen and what was fated to happen. And many early symptoms, like forgetting what to wear, as well as not caring anymore about appearance, so not changing their clothes, not showering, not getting ready in the morning, was also seen by some of the population as something normal as part of the aging process, or as just a way of shedding maya and being a good gursik, which means that we are not identifying the symptoms in order to get treatment as early as we should be, and we're just kind of ignoring the early symptoms that we really should be taking advantage of in order to get treatment and care a lot earlier than we are right now. ਸੋ ਹੁਣ ਜਿਹੜਾ ਆਪਣੇ ਕੋਲ ਆਪਣੀ ਪੰਜਾਬੀ ਪਾਪੂਲੇਸ਼ਨ ਜਾਂ ਸਿੱਖ ਪਾਪੂਲੇਸ਼ਨ ਵਾਸਤੇ ਜਿਹੜਾ ਡੇਟਾ ਹੈਗਾ ਉਹ ਸਿਰਫ ਇੰਗਲੈਂਡ ਦੇ ਵਿੱਚ ਸਿਰਫ 2 ਸਟੱਡੀ ਹੋਈਆਂ ਜਿਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੇਖਣ ਵਾਸਤੇ ਵੀ ਕਾਹਦੇ ਕਰਕੇ ਜਿਹੜਾ
ਆਪਣੀ ਪੰਜਾਬੀ ਪਾਪੂਲੇਸ਼ਨ ਈਵਨ ਦੋ ਇੰਨੀ ਹੈਗੀ ਆ ਤੇ ਕਿਉਂ ਨਹੀਂ ਆਪਾਂ ਉਹ ਜਿਹੜੀਆਂ ਡਿਮੈਂਸ਼ੀਆ ਦਾ ਡਾਇਗਨੋਸ ਕਰ ਪਾ ਰਹੇ। ਉਹਨੇ ਕਿਹਾ ਸਭ ਤੋਂ ਵੱਡਾ ਜਿਹੜਾ ਬੈਰੀਅਰ ਹੈਗਾ ਉਹ ਕਲਚਰਲ ਤੇ ਲੈਂਗੁਏਜ ਬੈਰੀਅਰ ਹੈਗਾ। ਉਹਦੇ ਵਿੱਚ ਜਿਹੜੀ ਪੰਜਾਬੀ ਜ਼ੁਬਾਨ ਹੈਗੀ ਆ, ਈਵਨ ਇੰਗਲੈਂਡ ਜਿਹਦੇ ਵਿੱਚ ਗੌਰਮੈਂਟ ਸਾਰਾ ਕੁਝ ਸਪੋਂਸਰ ਕਰਦੀ ਆ, ਉਹਦੇ ਵਿੱਚ ਵੀ ਪੰਜਾਬੀ ਦੇ ਵਿੱਚ ਕੋਈ ਵੀ ਮਟੀਰੀਅਲ ਨਹੀਂ ਹੈਗਾ ਜਿਹੜਾ ਕਿ ਆਪਣਾ ਪੰਜਾਬੀ ਬੋਲਣ ਵਾਲਿਆਂ ਵਾਸਤੇ ਉਹ ਉਹਨਾਂ ਨੇ ਕ੍ਰੀਏਟ ਕੀਤਾ ਜਾਂ ਜਿਹੜਾ ਉਹਨਾਂ ਬਣਾਇਆ, ਜਿਹਦੇ ਤੋਂ ਉਹਦੀ ਮਦਦ ਲੈ ਕੇ ਤੇ ਆਪਾਂ ਜਿਹੜੇ ਇਕੱਲਾ ਮਰੀਜ਼ ਨਹੀਂ ਹੈਗਾ, ਉਹਦੀ ਜਿਹੜੀ ਫੈਮਿਲੀ ਹੈਗੀ ਆ ਉਹਦੀ ਮਦਦ ਵੀ ਹੋ ਸਕਦੀ ਆ ਉਹਦੇ ਨਾਲ। ਤੇ ਇੱਕ ਹੋਰ ਜਿਹੜੀ ਸਟੱਡੀ ਆ ਡਾਕਟਰ ਗੋਬਿੰਦਰ ਕੌਰ ਉੱਪਲ ਹੈਗੇ ਆ, ਉਹਨਾਂ ਨੇ 2013 ਵਿੱਚ ਕੀਤੀ ਸੀ ਤੇ ਉਹਨਾਂ ਕਿਹਾ ਸੀ ਕਿ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈਗੀ ਉਹ ਸੇਮ ਉਹ ਗੱਲ ਫਿਰ ਦੁਬਾਰਾ ਆਉਂਦੀ ਆ ਕਿ ਲੈਂਗੁਏਜ ਤੇ ਕਲਚਰਲ ਬੈਰੀਅਰ। ਜਿਹੜੇ ਡਾਕਟਰ ਜਿਹੜੇ ਉੱਥੋਂ ਦੇ ਇੰਗਲੈਂਡ ਦੇ ਹੈਗੇ ਉਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਪੰਜਾਬੀ ਕਲਚਰ ਬਾਰੇ ਵੀ ਕੀ ਹੈਗੀ ਆ। ਦੂਜੀ ਗੱਲ ਪੰਜਾਬੀ ਦੇ ਵਿੱਚ ਕੋਈ ਮਟੀਰੀਅਲ ਨਹੀਂ ਹੈਗਾ ਜਿਹਦੇ ਕਰਕੇ ਉਹ ਪ੍ਰੋਬਲਮ ਆ। ਤੇ ਇੱਕ ਹੋਰ ਉਹਨਾਂ ਜਿਹੜੀ ਸਟੱਡੀ ਵਿੱਚ ਨਵੀਂ ਚੀਜ਼ ਉਹਨਾਂ ਨੋਟਿਸ ਕੀਤੀ ਕਿ ਜਦੋਂ ਬਜ਼ੁਰਗ ਜਦੋਂ ਉਸ ਜੀ ਸਥਿਤੀ ਚਲੇ ਜਾਂਦੇ, ਜਦੋਂ ਜ਼ਿਆਦਾ ਚੱਲਣੀ ਸ਼ੁਰੂ ਹੋ ਜਾਣੀ ਸ਼ੁਰੂ ਹੋ ਜਾਂਦੀ ਆ, ਉਹ ਕੀ ਕਹਿੰਦੇ ਕਿ ਇਹ ਰੱਬ ਦਾ ਭਾਣਾ ਸੀ, ਇਹ ਰੱਬ ਦਾ ਹੁਕਮ ਹੀ, ਇਸ ਤਰ੍ਹਾਂ ਹੋਣਾ ਸੀ ਤੇ ਹੋ ਗਿਆ। ਪਰ ਉਹ ਕੋਸ਼ਿਸ਼ ਨਹੀਂ ਕਰਦੇ ਜਾਣਨ ਦੀ ਵੀ ਹੋ ਸਕਦਾ ਇਹਦੇ ਅੰਡਰਲਾਈਨ ਜਾਂ ਇਹਦੇ ਥੱਲੇ ਕੋਈ ਕਾਰਨ ਹੋਵੇ ਜਿਹੜਾ ਕਿ ਆਪਾਂ ਫਿਕਸ ਕਰ ਸਕਦੇ ਜਾਂ ਜਿਹਨੂੰ ਉਹਨੂੰ ਠੀਕ ਕਰ ਸਕਦੇ ਹੈਗੇ ਆ। ਸੋ ਇਸ ਕਰਕੇ ਜਿਹੜਾ ਹੈਗਾ ਜ਼ਰੂਰਤ ਹੈਗੀ ਆ ਕਿ ਆਪਾਂ ਜਿਹੜਾ ਨੌਲੇਜ ਆ ਜਿਹੜਾ ਆਪਾਂ ਦੱਸ ਸਕੀਏ ਵੀ ਇਹ ਕੀ ਚੀਜ਼ਾਂ ਹੈਗੀਆਂ ਤੇ ਇਹਨਾਂ ਦਾ ਇਲਾਜ ਵੀ ਹੈਗਾ। ਜੇ ਅਰਲੀ ਸਟੇਜ 'ਚ ਆਪਾਂ ਕਰ ਲਈਏ ਤਾਂ ਕਾਫੀ ਹੱਦ ਤੱਕ ਆਪਾਂ ਕੰਟਰੋਲ ਕਰ ਸਕਦੇ ਹਾਂ ਕਈ ਜਿਹੜੀਆਂ ਉਹਨਾਂ ਵਿੱਚੋਂ ਹੈਗੀਆਂ ਬਿਮਾਰੀਆਂ। ਸੋ ਇਸ ਕਰਕੇ ਜਿਹੜਾ ਬਹੁਤ ਜ਼ਰੂਰੀ ਹੈਗਾ ਕਿ ਲੈਂਗੁਏਜ ਦਾ ਜਿਹੜਾ ਹੈਗਾ ਮਟੀਰੀਅਲ ਜਿਹੜਾ ਆਪਾਂ ਡਿਵੈਲਪ ਕਰ ਸਕੀਏ। So all of this kind of creates this very dangerous cycle. So because the disease goes unreported or not diagnosed, people don't see it as a real problem within our community, which causes us to see it as a normal process. So that means that there's not proper support, and that reduces the patient's chances of getting treatment very early when the disease is likely able to be stopped or slowed down significantly, which means that it also creates an ignorance or lack of follow-through about the disease, which discourages further research into these symptoms in our population. That's why all the studies that have been done, the most recent one was 8 years ago, and there hasn't been a study done since in neither in Punjab, nor in the UK, nor in the US, nor in Australia, nor in Canada, where there are any very large populations of Sikhs and of Punjabi people, because we don't perceive it as something important, because of the fact that we see it as a normal process, because of the fact that it's not properly diagnosed, and because of the fact that we don't understand any of the symptoms. So all of these causes create this massive cycle where the amount of people and patients diagnosed with dementia within our community is increasing so substantially, yet we're not doing a single thing about it because we don't see it as a problem, which means that when more people get diagnosed, we still don't give them care and we still don't give them any sort of importance as to their symptoms, and as a result they can't get the proper treatment they need, which only makes the problem significantly worse. And this just creates a positive feedback loop where it increases and increases and increases, and yet nothing is done about it. ਸੋ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹੁਣ ਜੇ ਆਪਾਂ ਵੇਖਿਆ ਜਾਵੇ ਅਮਰੀਕਾ ਦੇ ਵਿੱਚ ਜਿਹੜੇ ਰੀਸੋਰਸਿਸ ਆ ਸਾਰੇ ਉਹ ਡਿਪੈਂਡ ਕਰਦੇ ਆ ਕਿ ਕਿੰਨੇ ਮਰੀਜ਼ ਹੈਗੇ ਆ। ਹੁਣ ਜੇ ਆਪਾਂ ਵੇਖਿਆ ਜਾਵੇ ਵੀ ਵਾਈਟ ਪਾਪੂਲੇਸ਼ਨ ਹੈ ਜਿਹੜੇ ਗੋਰੇ, ਉਹਨਾਂ ਦੇ ਵਿੱਚ ਜਿਹੜੀ ਡਾਇਗਨੋਸ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਨੂੰ ਲੈਂਗੁਏਜ ਆਉਂਦੀ ਆ, ਉਹ ਦੱਸ ਸਕਦੇ, ਇਸ ਕਰਕੇ ਜਿਹੜੀ ਹੈਲਪ ਵੀ ਉਹ ਜ਼ਿਆਦਾ ਉਹਨਾਂ ਨੂੰ ਮਿਲਦੀ ਆ। ਸੋ ਆਪਣੀ ਕਮਿਊਨਿਟੀ ਦੇ ਵਿੱਚ ਈਵਨ ਦੋ ਆਪਣੇ ਮਰੀਜ਼ ਕਾਫੀ ਹੈਗੇ ਆ, ਪਰ ਕਿਉਂਕਿ ਲੈਂਗੁਏਜ ਬੈਰੀਅਰ ਪਲੱਸ ਇਨਫੋਰਮੇਸ਼ਨ ਬੈਰੀਅਰ, ਸੋ ਉਹਦੇ ਕਰਕੇ ਜਿਹੜਾ ਪੂਰੀ ਜਿੰਨੀ ਹੈਲਪ ਆਪਾਂ ਨੂੰ ਚਾਹੀਦੀ ਆ ਉਨੀ ਨਹੀਂ ਮਿਲ ਰਹੀ। ਸੋ ਇਸ ਕਰਕੇ ਬਹੁਤ ਹੀ ਜ਼ਰੂਰੀ ਹੈਗਾ ਕਿ ਆਪਾਂ ਜਿਹੜੀ ਉਹ ਹੈਲਪ ਲਈਏ ਅਤੇ ਉਹਦੇ ਬਾਰੇ ਜਿਹੜੀ ਆਪਾਂ ਨੂੰ ਨੌਲੇਜ ਹੋਵੇ ਅਤੇ ਤਾਂ ਕਿ ਆਪਾਂ ਜਿਹੜਾ ਹੋਰ ਆਪਾਂ ਜਾਗਰੂਕ ਹੋ ਸਕੀਏ ਅਤੇ ਆਪਣੀ ਕਮਿਊਨਿਟੀ ਵਾਸਤੇ ਆਪਾਂ ਗੌਰਮੈਂਟ ਤੋਂ ਹੋਰ ਹੈਲਪ ਲੈ ਸਕੀਏ ਥਰੂ ਮੈਡੀਕੇਡ, ਮੈਡੀਕੈਲ, ਮੈਡੀਕੇਅਰ। ਸੋ ਸਾਰੇ ਉਹਨਾਂ ਵਿੱਚ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਵਿੱਚ ਉਹ ਮਦਦ ਕਰ ਸਕਦੇ ਆ। ਸੋ ਇਸ ਕਰਕੇ ਜਿਹੜਾ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਇਸ ਬਾਰੇ ਨੌਲੇਜ ਵਧਾਈਏ ਅਤੇ ਆਪਾਂ ਡਾਕਟਰ ਨੂੰ ਉਹਨਾਂ ਨੂੰ ਜਾ ਕੇ ਦਿਖਾਈਏ ਵੀ ਜੇ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਆਉਂਦੀ ਆ ਅਤੇ ਆਪਾਂ ਹੈਲਪ ਲਈਏ। So now I'm going to talk a little more about the symptoms and how to recognize them with those types of dementias that we talked about earlier. So first is Alzheimer's. So Alzheimer's typically presents at the beginning with short-term memory loss. So forgetting where you've put items, forgetting where you are, forgetting where you're going, forgetting what you had for breakfast that morning, forgetting what happened the day before, as well as having really poor judgment. So not having proper decision-making capabilities, or not thinking about what you're doing or thinking about where you're going. And this can lead into things like hallucinations as well as delusions and paranoia, where you're imagining things that aren't necessarily there. And it can end with a complete inability to communicate because your speech isn't making sense or because you forget the language that you even are speaking in the first place,
and it can also lead to things like weight loss. It can lead to lack of bowel and bladder control, and a loss of recognition of people's faces. So you forget what your family members look like, you forget what you look like, you can even forget who you are as well as your identity. So Alzheimer's can progress very quickly, and it can also progress very, very dangerously with the severity of its symptoms. ਤੇ ਸਭ ਤੋਂ ਪਹਿਲਾਂ ਅਸੀਂ ਸੰਗਤ ਨੂੰ ਦੱਸਣਾ ਚਾਹਾਂਗੇ ਕਿ ਅਲਜ਼ਾਈਮਰ ਡਿਮੈਂਸ਼ੀਆ ਜਿਹੜਾ ਕਿ 60% ਜਿਹੜਾ ਹੈਗਾ ਉਹਦੇ 'ਚ ਕੀ ਆਪਾਂ ਨੂੰ ਵੇਖਣਾ ਚਾਹੀਦਾ ਜੇ ਆਪਣੇ ਫੈਮਿਲੀ 'ਚ ਕੋਈ ਆਪਣਾ ਮੈਂਬਰ ਹੈਗਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸਭ ਤੋਂ ਪਹਿਲਾਂ ਜੇ ਆਪਾਂ ਵੇਖੀਏ ਤੇ ਜਿਹੜੇ ਆਪਾਂ ਨੋਟਿਸ ਕਰਾਂ ਜਿਹੜੇ ਖਾਸ ਕਰਕੇ ਫੈਮਿਲੀ ਮੈਂਬਰ ਨਾਲ ਰਹਿੰਦੇ ਆ ਉਹਨਾਂ ਨੂੰ ਜਿਹੜੀ ਚੀਜ਼ ਜਿਹੜੀ ਹੋਊਗੀ ਉਹ ਹੋਗੀ ਯਾਦਾਸ਼ਤ। ਤੇ ਜਿਹੜਾ ਮਰੀਜ਼ ਹੋਊਗਾ ਉਹ ਕਹੂਗਾ ਉਹ ਕਹੂਗਾ ਮੈਂ ਸਵੇਰੇ ਕੀ ਖਾਧਾ ਸੀ, ਜਾਂ ਉਹਨੂੰ ਤੁਸੀਂ ਪੁੱਛੋ ਵੀ ਤੂੰ ਕੱਲ੍ਹ ਕੀ ਕੀਤਾ ਸੀ, ਉਹਨਾਂ ਨੂੰ ਕੋਈ ਯਾਦ ਨਹੀਂ ਹੋਊਗਾ। ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਚੀਜ਼ਾਂ ਜਿਹੜੀਆਂ ਰੱਖ ਕੇ ਭੁੱਲ ਜਾਣਗੇ, ਕਾਫੀ ਜਿਹੜਾ ਕਾਮਨ ਚੀਜ਼ ਹੈ ਜਿਹੜੀ ਚੀਜ਼ਾਂ ਰੱਖ ਕੇ ਭੁੱਲ ਜਾਣਾ। ਤੇ ਇੱਕ ਹੋਰ ਗੱਲ ਜਿਹੜੀ ਹੈਗੀ ਆ ਆਪਾਂ ਨੂੰ ਲੱਗਦਾ ਵੀ ਇਹ ਕਾਹਦੇ ਤੋਂ ਦੁਬਾਰਾ ਉਹ ਗੱਲ ਰਿਪੀਟ ਕਰੀ ਜਾਣੇ, ਮੈਂ ਅੱਜ ਇੱਥੇ ਜਾਣਾ, ਮੈਂ ਅੱਜ ਇੱਥੇ ਜਾਣਾ, ਸੇਮ ਗੱਲ ਨੂੰ ਦੁਬਾਰਾ ਉਹਨੂੰ ਰਿਪੀਟ ਕਰੀ ਜਾਣਗੇ। ਸੋ ਇਹ ਵੀ ਜਿਹੜਾ ਬਹੁਤ ਵੱਡਾ ਸਾਈਨ ਹੈ ਜਿਹੜਾ ਆਪਾਂ ਨਾਰਮਲੀ ਸਮਝਦੇ ਵੀ ਕਾਹਦੇ ਤੋਂ ਕਰੀ ਜਾ ਰਿਹਾ। ਸੋ ਇਹ ਜਿਹੜਾ ਹੈਗਾ ਇਹ ਜਿਹੜੀ ਡਿਮੈਂਸ਼ੀਆ ਦੀ ਬਿਮਾਰੀ ਅਲਜ਼ਾਈਮਰ ਦੀ ਉਹਦੇ ਵਿੱਚ ਬਹੁਤ ਜ਼ਿਆਦਾ ਅਰਲੀ ਸਟੇਜ ਦੇ 'ਚ ਜਿਹੜਾ ਕਿ ਫੈਮਿਲੀ ਨੂੰ ਇੰਡੀਕੇਟ ਕਰੂਗਾ ਵੀ ਹੁਣ ਡਾਕਟਰ ਨੂੰ ਜਾ ਕੇ ਵਿਖਾਓ ਅਤੇ ਇਹਦੇ ਵਾਸਤੇ ਮਦਦ ਲਓ, ਕਿਉਂਕਿ ਜਿਹੜੀਆਂ ਈਵਨ ਦਵਾਈਆਂ ਵੀ ਹੈਗੀਆਂ ਅਲਜ਼ਾਈਮਰ ਵਾਸਤੇ ਉਹ ਸਿਰਫ ਅਰਲੀ ਸਟੇਜ ਵਿੱਚ ਕੰਮ ਕਰਦੀਆਂ, ਜਦੋਂ ਐਡਵਾਂਸ ਹੋ ਜਾਂਦਾ ਉਦੋਂ ਕੋਈ ਦਵਾਈ ਅਸਰ ਨਹੀਂ ਕਰਦੀ। ਸੋ ਇਸ ਕਰਕੇ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਕਿੰਨੀ ਛੇਤੀ ਆਪਾਂ ਉਹਨਾਂ ਨੂੰ ਲੈ ਕੇ ਡਾਕਟਰ ਨੂੰ ਵਿਖਾਈਏ ਤਾਂ ਕਿ ਦਵਾਈਆਂ ਦਾ ਆਪਾਂ ਉਹਨਾਂ ਨੂੰ ਪਾ ਸਕੀਏ, ਤਾਂ ਕਿ ਬਜਾਏ ਕਿ 1 ਸਾਲ ਤੋਂ ਬਾਅਦ ਜਿਹੜੇ ਉਹਨਾਂ ਦੀ ਸਾਰੀ ਚੱਲ ਜਾਣੀ ਆ, ਹੋ ਸਕਦਾ 4-5 ਸਾਲ ਤੱਕ ਉਹਨਾਂ ਦੀ ਮੈਮਰੀ ਜਿਹੜੀ ਉਹ ਇੰਟੈਕਟ ਰਹੇ। ਅਤੇ ਬਾਕੀ ਜਿਹੜੀਆਂ ਚੀਜ਼ਾਂ ਜਿਵੇਂ ਇਹ ਬਿਮਾਰੀ ਵੱਧਦੀ ਆ, ਜਿਵੇਂ ਕਿ ਦਲੀਪ ਨੇ ਦੱਸਿਆ, ਇਹਦੇ ਵਿੱਚ ਜਿਹੜੇ ਮਰੀਜ਼ ਉਹਨਾਂ ਨੂੰ ਫਿਰ ਜਿਹੜਾ ਬੰਦੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ, ਆਵਾਜ਼ਾਂ ਸ਼ੁਰੂ ਹੋ ਜਾਂਦੀਆਂ, ਅਤੇ ਉਹ ਚੀਜ਼ਾਂ ਭੁੱਲ ਜਾਂਦੇ ਵੀ ਕਿੱਥੇ ਹੈਗਾ, ਉਹਨਾਂ ਨੂੰ ਸਾਲ ਦਾ ਨਹੀਂ ਪਤਾ ਲੱਗਦਾ, ਫਿਰ ਦਿਨ ਦਾ ਨਹੀਂ ਪਤਾ ਲੱਗਦਾ, ਫਿਰ ਜਿਹੜਾ ਉਹਨਾਂ ਨੂੰ ਹੈਗਾ ਦੂਜਿਆਂ ਨਾਲ ਗੱਲ ਕਰਨ ਦਾ ਉਹਨਾਂ ਦੀ ਜਿਹੜੀ ਲੈਂਗੁਏਜ ਹੁੰਦੀ, ਜਿਵੇਂ ਪਹਿਲੀ ਲੈਂਗੁਏਜ ਜਿਵੇਂ ਖਾਸ ਕਰ ਜਿਹੜੇ ਆਪਣਾ ਇੰਡੀਆ ਤੋਂ ਆਏ ਪਹਿਲੀ ਲੈਂਗੁਏਜ ਪੰਜਾਬੀ ਹੁੰਦੀ ਆ, ਫਿਰ ਉਹ ਅੰਗਰੇਜ਼ੀ ਸਿੱਖ ਲੈਂਦੇ ਆ, ਫਿਰ ਉਹਨਾਂ ਨੂੰ ਅੰਗਰੇਜ਼ੀ ਭੁੱਲਣੀ ਸ਼ੁਰੂ ਹੋ ਜਾਂਦੀ, ਫਿਰ ਹਰ ਗੱਲ ਜਿਹੜੀ ਨਾਰਮਲੀ ਜੇ ਅੱਗੇ ਉਹ ਅੰਗਰੇਜ਼ੀ 'ਚ ਗੱਲ ਕਰਦੇ ਹੁਣ ਉਹ ਪੰਜਾਬੀ 'ਚ ਗੱਲ ਕਰਦੇ, ਉਹਨਾਂ ਨੂੰ ਅੰਗਰੇਜ਼ੀ ਜਿਹੜੀ ਉਹ ਭੁੱਲ ਜਾਂਦੀ, ਜਿਹੜੀ ਲੈਂਗੁਏਜ ਸੈਕਿੰਡ ਲੈਂਗੁਏਜ ਉਹਨਾਂ ਸਿੱਖੀ ਹੁੰਦੀ ਆ। ਫਿਰ ਜਿਵੇਂ ਪਿਸ਼ਾਬ ਦੇ ਟੱਟੀ ਦਾ ਕੰਟਰੋਲ ਜਿਹੜਾ ਉਹ ਵੀ ਹਟ ਜਾਂਦਾ, ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਖਾਣਾ ਉਹਨਾਂ ਨੂੰ ਭੁੱਲ ਜਾਂਦਾ ਵੀ ਕਿੱਦਾਂ ਖਾਣਾ, ਉਹ ਵੀ ਚੀਜ਼ਾਂ ਜਿਹੜੀਆਂ। ਸੋ ਇਹ ਜਿਹੜੇ ਸਾਰੇ ਸਿੰਪਟਮ ਹੈਗੇ ਅਲਜ਼ਾਈਮਰ ਦੀ ਲੇਟ ਸਟੇਜ ਦੇ ਵਿੱਚ ਆ ਜਾਂਦੇ ਆ। So next is Parkinson's, which makes up about 20% of all dementias worldwide. It starts off with tremors. So as Dad said earlier, they're called pill rolling tremors, where it looks like as if you're rolling something in between your thumb and your pointer finger. But it also leads to slurred speech as well as very slow movement in the very early stages. But it can also progress very, very quickly. It leads to, again, hallucinations in the moderate stage, but also loss of muscle control when you're sleeping. So when you're dreaming, you can act out your dreams. And it also leads to loss of smell as well as a loss of sleep. And at the late stage, Parkinson's is one of the most notable because it takes off 10 years of your life on average. So if you were to die at 65 normally, you would die at 55 if you were diagnosed with Parkinson's early. It can also lead to, again, lack of bowel and bladder control, but most importantly, it leads to very deep depression as well as sleep disorders. So not getting the proper amount of sleep, either by sleeping too much, sleeping too little, or not being able to sleep at all. And it can also lead to a variety of infections, especially in the urinary tract and the bladder. ਸੋ ਹੁਣ ਜਿਹੜੀ ਦੂਸਰੀ ਜਿਹੜੀ ਮੈਮਰੀ ਜਿਹੜੀ ਬਿਮਾਰੀ ਕਰਦੀ ਉਹਨੂੰ ਕਹਿੰਦੇ ਆਪਾਂ ਪਾਰਕਿੰਸਨ। ਮੈਨੂੰ ਆਮ ਨਾਟ ਸ਼ੋਰ ਕਿ ਆਪਾਂ ਸਾਰੀ ਸੰਗਤ ਨੂੰ ਕਿਸੇ ਨੂੰ ਪਤਾ ਕਿ ਪਾਰਕਿੰਸਨ ਕੀ ਚੀਜ਼ ਹੈਗੀ ਆ, ਪਰ ਪਾਰਕਿੰਸਨ ਉਹ ਬਿਮਾਰੀ ਹੈਗੀ ਆ ਜਿਹਦੇ ਵਿੱਚ ਮਰੀਜ਼ ਸਭ ਤੋਂ ਪਹਿਲਾਂ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਟਰੈਮਰ। ਉਹ ਐਂ ਕਰਦੇ ਆ, ਜਿਹੜਾ ਆਪਣੀ ਪਹਿਲੀ ਉਂਗਲ ਤੇ ਇਹਦੇ ਵਿੱਚ ਉਹ ਐਂ ਕਰਦੇ ਆ, ਜਿਵੇਂ ਆਪਾਂ ਗੋਲੀ ਨੂੰ ਆਪਾਂ ਗੋਲ ਕਰਦੇ ਆ, ਇਸ ਤਰ੍ਹਾਂ ਦੀ ਹੁੰਦਾ, ਇਹ ਪਹਿਲਾ ਸਾਈਨ ਹੁੰਦਾ ਉਹਨਾਂ ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਵੇਂ ਉਹ ਤੁਰਦੇ ਆ, ਜਿਵੇਂ ਨੋਰਮਲੀ ਆਪਾਂ ਤੁਰਦੇ ਆਪਾਂ ਬਾਹਾਂ ਦੋਵੇਂ ਹਿਲਾਉਂਦੇ ਆ, ਉਹਦੇ ਵਿੱਚ ਉਹ ਕੀ ਕਰਦੇ ਤੁਰਦੇ ਹੈਗੇ ਆ ਲੱਤਾਂ ਦੇ ਨਾਲ, ਪਰ ਬਾਹਾਂ ਜਿਹੜੀਆਂ ਉਹ ਨਾਲ ਰੱਖਦੇ ਆ ਉਹ। ਅਤੇ ਤੀਜੀ ਗੱਲ ਹੁੰਦੀ ਆ ਉਹ ਡਿੱਗਦੇ ਬਹੁਤ ਆ ਪਿੱਛੇ ਨੂੰ, ਖਾਸ ਕਰਕੇ ਜੇ ਉਹਨਾਂ ਨੂੰ ਬੈਲੈਂਸ ਦੀ ਪ੍ਰੋਬਲਮ ਆ ਜਾਂਦੀ ਆ। ਅਤੇ ਇਹ ਜਿਹੜੀਆਂ ਆਪਾਂ ਨੂੰ ਇੰਡੀਕੇਟ, ਕਿਉਂਕਿ ਇਹਦੇ ਵਾਸਤੇ ਦਵਾਈਆਂ ਹੈਗੀਆਂ ਜਿਹੜੀਆਂ ਇਹਨੂੰ ਇਲਾਜ ਕਰ ਸਕਦੀਆਂ। ਸੋ ਪਾਰਕਿੰਸਨ ਦੀਆਂ ਦਵਾਈਆਂ ਬਹੁਤ ਚਿਰ ਤੋਂ ਹੈਗੀਆਂ ਅਤੇ ਇਹਦਾ ਆਪਾਂ ਬਹੁਤ ਕੰਟਰੋਲ ਕਰ ਸਕਦੇ ਵਧੀਆ ਤਰ੍ਹਾਂ। ਅਤੇ ਜੇ ਆਪਾਂ ਨਹੀਂ ਕੰਟਰੋਲ ਕਰਦੇ ਫਿਰ ਮੈਮਰੀ ਦੇ ਵਿੱਚ ਵੀ ਪ੍ਰੋਬਲਮ ਜਿਹੜੀ ਆਪਣੀ ਡਿਮੈਂਸ਼ੀਆ ਹੋ ਜਾਂਦਾ, ਜਿਹਦੇ ਵਿੱਚ ਆਪਾਂ ਨੂੰ ਜਿਹੜਾ ਸਮੈਲ, ਜਿਵੇਂ ਆਪਾਂ ਨੂੰ ਸੁੰਘਣ ਦੀ ਸ਼ਕਤੀ ਚਲੇ ਜਾਂਦੀ ਆ, ਆਪਣੀ ਜਿਹੜੀ ਆ ਸੌਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ, ਅਤੇ ਬਾਕੀ ਡਿਪਰੈਸ਼ਨ, ਇਨਫੈਕਸ਼ਨ, ਹੋਰ ਚੀਜ਼ਾਂ ਹੋ ਜਾਂਦੀਆਂ। ਅਤੇ ਇਹ ਇੱਕ ਬਿਮਾਰੀ ਹੈਗੀ ਆ ਜਿਹਦੇ ਵਿੱਚ ਹੁਣ ਸਟੱਡੀ ਕਰਕੇ ਉਹਨਾਂ ਕਿਹਾ ਵੀ 10 ਸਾਲ ਬੰਦੇ ਦੀ ਉਮਰ ਘੱਟ ਜਾਂਦੀ ਹੈ ਜੇ ਪਾਰਕਿੰਸਨ ਹੋਵੇ ਅਤੇ ਜੇ ਉਹਨੂੰ ਆਪਾਂ ਚੰਗੀ ਤਰ੍ਹਾਂ ਇਲਾਜ ਉਹਦਾ ਨਾ ਕਰ ਸਕੀਏ। So last is Lewy body. It makes up about 15% of all dementias worldwide. It's one of the more newer
types that we've just now recognized, so not a lot is understood about it, but we do know that it can present up to years in advance because of lack of sleep or lack of being able to sleep properly because you sleep too much or can't sleep at all. It can also lead very early to depression and anxiety before any memory-related symptoms show up. And the most important symptom that tends to present is the paranoid delusions, where you see people that aren't necessarily there or hear things that aren't necessarily happening. And it then develops into more normal dementia symptoms like memory loss, short-term memory loss, as well as a lot of slurred speech and mumbling. And at the very end, at the very late stage, it leads to a lot of rigidity, so not being able to move your arms or your legs, a lot of seizures, as well as being very, very prone to any sort of infection. So you'll get sick a lot more often, as well as have a lot more heart and blood pressure issues at the very end. ਸੋ ਤੀਜੀ ਤਰ੍ਹਾਂ ਦਾ ਜਿਹੜਾ ਡਿਮੈਂਸ਼ੀਆ ਜਿਹੜਾ ਕਿ ਬਹੁਤ ਹੀ ਅਨਰਿਪੋਰਟਡ ਤੇ ਅਨਡਾਇਗਨੋਸ, ਈਵਨ ਜੇ ਆਪਾਂ ਕਮਿਊਨਿਟੀ ਜਿਹੜੇ ਰੈਗੂਲਰ ਡਾਕਟਰ ਆ, ਪ੍ਰਾਇਮਰੀ ਕੇਅਰ ਡਾਕਟਰ ਹੈਗੇ ਆ, ਇਹਦੇ 'ਚੋਂ ਆਪ ਕਹਾਂਗੇ ਵੀ ਜਿਹੜੇ ਮੈਜੋਰਿਟੀ ਹੈ ਉਹ ਡਾਇਗਨੋਸ ਵੀ ਨਹੀਂ ਕਰ ਪਾਉਂਦੇ। ਉਹ ਜਦੋਂ ਤੱਕ ਡਾਇਗਨੋਸ ਕਰਦੇ ਉਦੋਂ ਤੱਕ 3-4 ਸਾਲ ਨਿਕਲ ਗਏ ਹੁੰਦੇ ਆ। ਸੋ ਇਸ ਕਰਕੇ ਇਹਦਾ ਜਿਹੜਾ ਫੈਮਿਲੀ ਮੈਂਬਰ ਨੂੰ ਇਹਦੇ ਬਾਰੇ ਜਿਹੜਾ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ। ਅਤੇ ਕਿਉਂਕਿ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਿੰਪਟਮ ਹੁੰਦਾ ਉਹ ਹੁੰਦਾ ਵੀ ਜਿਹੜੀ ਆਪਣੀ ਨੀਂਦ ਹੈ ਦੀ ਉਹ 'ਚ ਡਿਸਟਰਬੈਂਸ ਹੁੰਦੀ ਆ, ਗੱਲਾਂ ਕਰਦੇ ਮਰੀਜ਼। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਹੋਰ ਚੀਜ਼ ਨਜ਼ਰ ਆਉਂਦੀ ਉਹ ਹੈਗਾ ਜਿਹੜਾ ਮਰੀਜ਼ ਹੁੰਦਾ ਉਹਨੂੰ ਬੰਦੇ ਜਾਂ ਜਿਹੜੇ ਆਲੇ ਦੁਆਲੇ ਚੀਜ਼ਾਂ ਨਜ਼ਰ ਆਉਂਦੀਆਂ ਜਿਹੜੀਆਂ ਉੱਥੇ ਹੁੰਦੀਆਂ ਨਹੀਂ। ਸੋ ਜੇ ਕੋਈ ਵੀ ਫੈਮਿਲੀ ਮੈਂਬਰ ਤੁਹਾਡਾ ਜੇ ਇਸ ਤਰ੍ਹਾਂ ਦਾ ਕੋਈ ਜਿਹਨੂੰ ਬੰਦੇ ਨਜ਼ਰ ਆਉਂਦੇ ਜਾਂ ਆਵਾਜ਼ਾਂ ਸੁਣਦੀਆਂ ਜਿਹੜੀਆਂ ਨਹੀਂ ਹੈਗੀਆਂ, ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਆਪਾਂ ਡਾਕਟਰ ਕੋਲ ਲੈ ਕੇ ਜਾਈਏ ਤਾਂ ਕਿ ਉਹਦੀ ਟਰੀਟਮੈਂਟ ਜਿਹੜੀ ਪ੍ਰੋਪਰ ਹੋ ਸਕੇ। ਸੋ ਇਸ ਤੋਂ ਇਲਾਵਾ ਜਿਹੜਾ ਇਸ ਲੂਈ ਬਾਡੀ ਡਿਮੈਂਸ਼ੀਆ ਦੇ ਵਿੱਚ ਹੁੰਦਾ ਉਹਦੇ ਵਿੱਚ ਲੈਂਗੁਏਜ ਜਿਹੜੀ ਆਪਣੀ ਜੇ ਪੰਜਾਬੀ ਕੋਈ ਆਪਾਂ ਜਿਹੜੀ ਪਹਿਲੀ ਲੈਂਗੁਏਜ ਹੁੰਦੀ ਜੇ ਇੰਗਲਿਸ਼ ਆਪਣੀ ਸੈਕੰਡ ਲੈਂਗੁਏਜ ਹੈ ਉਹ ਵੀ ਆਪਾਂ ਨੂੰ ਭੁੱਲ ਜਾਂਦੀ ਆ। ਅਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਜਿਹਨੂੰ ਕਹਿੰਦੇ ਮਿਰਗੀ ਦੇ ਅਟੈਕ ਉਹ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਸੀਜ਼ਰ ਜਿਹਨੂੰ ਆਪਾਂ ਕਹਿੰਦੇ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ। So very quickly, I did want to talk about vascular dementia. Symptoms are very similar to Alzheimer's, but the cause is different. Where Alzheimer's is caused by proteins in the brain that block cell communication as well as blood vessels there. It develops after many strokes that block blood flow to the brain, which causes the cells there to die. Other blockages of like blood flow to the brain can also cause it, but the most common is strokes. And its symptoms tend to deal with speed of thinking and problem solving, so not being able to recognize how to brush your teeth properly, or not being able to come up with answers to certain problems very quickly. It might take minutes if you do have this kind of dementia, but it is otherwise very similar to Alzheimer's in its progression as well as its other symptoms. ਸੋ ਟਾਈਮ ਦੀ ਕਮੀ ਕਰਕੇ ਅਸੀਂ ਥੋੜ੍ਹਾ ਛੇਤੀ ਹੁਣ ਸਲਾਈਡਾਂ ਦੇ ਵਿੱਚੋਂ ਜਾਵਾਂਗੇ। ਅਤੇ ਇੱਕ ਹੈਗਾ ਵੈਸਕੂਲਰ ਡਿਮੈਂਸ਼ੀਆ ਜਿਹਦੇ 'ਚ ਅਧਰੰਗ ਦੇ ਅਟੈਕ ਦੁਬਾਰਾ ਕਈ ਵਾਰ ਹਾਰਟ ਦੀ ਕੰਡੀਸ਼ਨ ਨੂੰ ਕਹਿੰਦੇ ਏਟਰੀਅਲ ਫਿਬਰਿਲੇਸ਼ਨ ਦੇ ਵਿੱਚ ਹਾਰਟ ਜਿਹੜਾ ਹੁੰਦਾ ਉਹ ਇਰੈਗੂਲਰ ਬੀਟ ਕਰਦਾ, ਉਹਦੇ ਕਰਕੇ ਜਿਹੜੇ ਸਟ੍ਰੋਕ ਹੁੰਦਾ ਉਹ ਦੁਬਾਰਾ ਜਿਹੜੇ ਆ ਕਲੌਟ ਆਪਣੇ ਦਿਲ ਤੋਂ ਜਾ ਕੇ ਦਿਮਾਗ 'ਚ ਜਾ ਕੇ ਉਹ ਅਟੈਕ ਕਰਦੇ ਆ। ਉਹਦੇ ਕਰਕੇ ਜਦੋਂ ਆਪਾਂ ਨੂੰ ਕਿੰਨੇ ਅਟੈਕ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਹੁੰਦਾ ਉਹ ਆਪਣੀ ਯਾਦਾਸ਼ਤ 'ਤੇ ਵੀ ਅਸਰ ਕਰ ਦਿੰਦਾ। ਅਤੇ ਉਹਦੇ ਕਰਕੇ ਹੁਣ ਇਹਦੇ ਵਾਸਤੇ ਜਿਹੜਾ ਹੈਗੇ ਆ ਕੀ ਆਪਾਂ ਕਰ ਸਕਦੇ ਹੈਗੇ ਆ। ਇੱਕ ਤਾਂ ਉਹਦੇ 'ਚ ਹੁੰਦਾ ਆ, ਔਰ ਦਲੀਪ ਪਹਿਲਾਂ ਅੰਗਰੇਜ਼ੀ ਦੱਸੂਗਾ ਫਿਰ ਮੈਂ ਕੁਇਕਲੀ ਤੁਹਾਨੂੰ ਪੰਜਾਬੀ। So you can do some tests of memory and balance that you can take to your neurologist. You can do certain scans as well, MRI or CT scans. You can also do PET scans that detect protein buildups, and also lab tests for certain vitamin deficiencies in order to diagnose these very early. ਸੋ ਇਹਦੇ ਵਾਸਤੇ ਜਿਹੜਾ ਡਾਕਟਰ ਜਿਹੜੇ ਉਹ ਸਪੈਸ਼ਲ ਟੈਸਟ ਕਰ ਸਕਦੇ ਤੁਹਾਨੂੰ ਮਰੀਜ਼ ਕੋਲ ਪੁੱਛ ਕੇ, ਮੈਮਰੀ ਟੈਸਟ, ਬਾਕੀ CT MRI PET ਸਕੈਨ ਵਗੈਰਾ ਆਪਾਂ ਉਹ ਜਿਹੜੇ ਟੈਸਟ ਕਰ ਸਕਦੇ ਹੈਗੇ ਆ। So treatment-wise, there are many drugs available, and there's also new drugs on the way. Keeping in mind, though, that there is no cure. The treatment helps slow the progress of the diseases in early stages. But with other certain diseases like Lewy body, normal medications don't work. So typically, you take medications for the symptoms to help with like the depression or the mood swings or the hallucinations. And as well as you can also just do therapy at home in order to try to reduce the symptoms a little bit. ਹੁਣ ਕਿਉਂਕਿ ਇਹ ਵੱਖਰੇ ਕਾਰਨਾਂ ਕਰਕੇ ਡਿਮੈਂਸ਼ੀਆ ਹੁੰਦਾ, ਸੋ ਇਸ ਕਰਕੇ ਕਈ ਜਿਹੜੇ ਡਿਮੈਂਸ਼ੀਆ ਹੈਗੇ ਆ, ਜਿਵੇਂ ਆਪਾਂ ਪਾਰਕਿੰਸਨ ਹੈਗਾ ਉਹਦੇ ਵਾਸਤੇ ਟਰੀਟਮੈਂਟ ਹੈਗੀ ਆ, ਜਿਵੇਂ ਵੈਸਕੂਲਰ ਡਿਮੈਂਸ਼ੀਆ ਜੇ ਹਾਰਟ ਨੂੰ ਕੰਟਰੋਲ ਕਰੇਗਾ ਉਹਦੇ ਵਾਸਤੇ ਟਰੀਟਮੈਂਟ ਹੈਗੀ ਆ। ਪਰ ਬਾਕੀਆਂ ਵਾਸਤੇ ਜਿਵੇਂ ਅਲਜ਼ਾਈਮਰ ਵਾਸਤੇ ਅਰਲੀ ਸਟੇਜ ਦੇ ਵਿੱਚ ਆਪਾਂ ਨੂੰ ਥੋੜ੍ਹਾ ਲੰਬਾ ਕਰ ਸਕਦੇ ਹਾਂ, ਪਰ ਲੇਟ ਸਟੇਜ ਉਹਦੇ ਵਾਸਤੇ ਕੋਈ ਟਰੀਟਮੈਂਟ ਹੀ ਹੈਗੀ। ਸੋ ਇਸ ਕਰਕੇ ਜਿਹੜੀ ਕਾਫੀ ਇਮੋਸ਼ਨਲ ਸਪੋਰਟ ਦੀ ਲੋੜ ਹੈਗੀ ਹੈ, ਅਤੇ ਇਸ ਕਰਕੇ ਸੋਸ਼ਲ ਵਰਕਰ ਵਗੈਰਾ ਜਿਹੜੇ ਇਹਦੇ ਵਿੱਚ ਇਨਵੋਲਵ ਹੋਣੇ ਚਾਹੀਦੇ, ਫਿਜ਼ੀਕਲ ਥੈਰੇਪੀ, ਆਕੂਪੇਸ਼ਨਲ ਥੈਰੇਪੀ ਵਗੈਰਾ ਸਾਰਾ ਜਿਹੜਾ ਹੈਗਾ
ਤੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਨੂੰ ਅਪੀਲ ਹੈ ਕਿ ਅਸੀਂ ਨਾ ਬਾਹਰ ਟੇਬਲ ਲਗਾਇਆ ਹੈਗਾ ਇਸ ਨੁੱਕਰ ਦੇ ਵਿੱਚ, ਤੇ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਟੇਬਲ ਦੇ ਕੋਲ ਤੁਸੀਂ ਆ ਕੇ, ਤੁਹਾਡੇ ਕੋਲ ਮਟੀਰੀਅਲ ਹੈਗੇ ਆ ਜਿਹਨਾਂ ਵਿੱਚ ਫੋਨ ਨੰਬਰ ਵੀ ਹੈਗੇ ਅਲਜ਼ਾਈਮਰ ਐਸੋਸੀਏਸ਼ਨ ਦੇ, ਤੇ ਤੁਸੀਂ ਕਰ ਸਕਦੇ ਆ। ਤੇ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਇੰਟਰਪ੍ਰੈਟਰ, ਉਹਨਾਂ ਕੋਲ ਪੰਜਾਬੀ ਵਾਲੇ ਤਾਂ ਨਹੀਂ ਹੈਗੇ ਪਰ ਉਹ ਪੰਜਾਬੀ ਇੰਟਰਪ੍ਰੈਟਰ ਦੇ ਕੇ ਉਹ ਤੁਹਾਡੀ ਮਦਦ ਕਰ ਸਕਦੇ ਆ। ਤੇ ਸਾਡੇ ਕੋਲ ਤੁਸੀਂ ਬਾਹਰ ਸਟਾਲ ਤੇ ਆ ਕੇ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਸਾਹਿਬ ਤੇ ਉਹਨਾਂ ਦੀ ਟੀਮ ਦਾ। ਇਹ ਹਮੇਸ਼ਾ ਹੀ ਇਸ ਗੁਰੂ ਘਰ ਬੜੇ ਸਾਲਾਂ ਤੋਂ ਸੇਵਾ ਕਰ ਰਹੇ ਨੇ ਤੇ ਸਾਨੂੰ ਮਾਣ ਹੈ ਇਹਨਾਂ ਦੀ ਸੇਵਾ ਹਮੇਸ਼ਾ ਗੁਰੂ ਘਰ ਦੀ ਸੰਗਤ ਵਾਸਤੇ ਹੁੰਦੀ ਹੋ ਰਹੀ ਹੈ, ਤੇ ਗੁਰੂ ਕਿਰਪਾ ਕਰੇ ਇਹਨੂੰ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾਂ 'ਚ ਰੱਖ ਕੇ ਸੇਵਾ ਲੈਂਦਾ ਰਹੇ। ਹੁਣ ਮੈਂ ਸਾਡੇ ਗੁਰੂ ਘਰ ਦੇ ਪ੍ਰਧਾਨ ਭਾਈ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਜੀ ਨੂੰ ਬੇਨਤੀ ਕਰਾਂਗਾ 1-2 ਮਿੰਟ ਉਹ ਇਸ ਦੇ ਬਾਰੇ ਹੀ ਸੂਚਨਾ ਦੇਣਾ ਚਾਹੁੰਦੇ ਨੇ ਹੋਰ ਡੈਮੈਂਸ਼ੀਆ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਬੇਸਿਕਲੀ ਡਾਕਟਰ ਸਾਹਿਬ ਪੰਨੂ ਸਾਹਿਬ ਦਾ ਤੇ ਯੰਗ ਮੈਨ ਜਿਹੜਾ ਕਿ ਟਾਈਮ ਲੈ ਕੇ ਇੱਥੇ ਇਹਦੀ ਅਲਜ਼ਾਈਮਰ ਦੀ ਅਵੇਅਰਨੈਸ ਕਰਾਉਣ ਵਾਸਤੇ ਆਏ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਅਤੇ ਇੱਕ ਤੁਹਾਨੂੰ ਸ਼ਾਇਦ ਕਿਸੇ ਨੂੰ ਯਾਦ ਹੋਵੇ 2-3 ਸਾਲ ਪਹਿਲਾਂ ਇੱਕ ਹੋਰ ਔਰਗਨਾਈਜੇਸ਼ਨ ਵੀ ਆਈ ਸੀ ਜਿਹੜੀ ਕਿ ਸੇਮ ਮਿਸ਼ਨ ਦੇ ਉੱਤੇ ਕੰਮ ਕਰਦੀ ਸੀਗੀ। ਉਹਨਾਂ ਨੇ ਇੱਕ ਕਾਰਡ ਬਣਾਇਆ ਸੀਗਾ ਵਿੱਚ ਅੰਗਰੇਜ਼ੀ ਦੇ ਵਿੱਚ ਇੱਕ ਪਾਸੇ, ਦੂਜੇ ਸਾਈਡ 'ਤੇ ਪੰਜਾਬੀ ਦੇ ਵਿੱਚ, ਵੀ ਇਸ ਬਿਮਾਰੀ ਨੂੰ ਕਿਸ ਤਰ੍ਹਾਂ ਰੈਕਗਨਾਈਜ਼ ਕਰਨਾ ਹੈ। ਇਹ ਫੈਮਿਲੀ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ। ਜਿਹੜਾ ਬੰਦਾ ਪੇਸ਼ੈਂਟ ਹੈ ਉਹਨੂੰ ਤਾਂ ਨਹੀਂ ਪਤਾ ਲੱਗਦਾ, ਪਰ ਫੈਮਿਲੀ ਜੇ ਉਹ ਸਿੰਪਟਮਸ ਦੇਖੇ ਅਤੇ ਹੋ ਸਕਦਾ ਇਹਨਾਂ ਦੇ ਕੋਲ ਕਾਰਡ ਉਹ ਵੀ ਹੋਣ, ਅਤੇ ਜਾਂ ਇਹ ਜਿਹੜੀ ਹੋਰ ਲਿਟਰੇਚਰ ਜਿਹੜੀ ਅੱਜ ਵੰਡਣਗੇ ਉਹਦੇ ਵਿੱਚੋਂ ਦੇਖ ਕੇ ਉਹ ਬਿਮਾਰੀ ਰੈਕਗਨਾਈਜ਼ ਫੈਮਲੀਜ਼ ਵਾਲੇ ਕਰਨ। ਅਤੇ ਫਿਰ ਇੱਕ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਕ ਛੋਟੇ ਗਰੁੱਪ ਦੇ ਵਿੱਚ ਕੁਐਸਚਨ ਆਨਸਰ ਸੈਸ਼ਨ ਜਿੱਥੇ ਕਿ ਹੋ ਸਕੇ ਉਹ ਇਹ ਕਰਨ, ਤਾਂ ਕਿ ਸਾਰਿਆਂ ਨੂੰ ਇਸ ਬਿਮਾਰੀ ਦੇ ਬਾਰੇ ਜਾਣਕਾਰੀ ਹੋ ਜਾਵੇ ਅਤੇ ਕੀ ਉਪਾਅ ਇਹਦਾ ਕੀਤਾ ਜਾ ਸਕਦਾ ਹੈਗਾ। ਸੋ ਇੰਨਾ ਹੀ ਮੈਂ ਬੇਨਤੀ ਕਰਨੀ ਸੀਗੀ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।